ਨਿਊਜ਼ਬਾਣੀ YouTube ਚੈਨਲ ਤੇ ਆਪ ਦਾ ਸਵਾਗਤ ਹੈ। ਹੁਣ ਤੁਸੀਂ ਸਰਬਜੀਤ ਸਿੰਘ ਕੋਲੋਂ ਪੰਜਾਬੀ ਵਿੱਚ ਖਬਰਾਂ ਸੁਣੋਗੇ। ਸਭ ਤੋਂ ਪਹਿਲਾਂ YouTube ਸਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ, ਨਮਸਕਾਰ, ਆਦਾਬ। ਰੋਹਤਾਂਗ ਸਮੇਤ ਉੱਚੀਆਂ ਚੋਟੀਆਂ ਤੇ ਬਰਫ਼ਬਾਰੀ ਤੇਜ਼ ਹੋ ਚੁੱਕੀ ਹੈ ਤੇ ਉੱਤਰੀ ਭਾਰਤ ਵਿੱਚ ਆਉਣ ਵਾਲੇ 5 ਦਿਨਾਂ ਤੱਕ ਸ਼ੀਤ ਲਹਿਰ ਹੋਰ ਤੇਜ਼ ਹੋ ਜਾਵੇਗੀ। ਪ੍ਰਸ਼ਾਸਨ ਨੇ ਉੱਚੀਆਂ ਪਹਾੜੀਆਂ ਤੇ ਜਾਣ ਤੋਂ ਲੋਕਾਂ ਨੂੰ ਅਲਰਟ ਜਾਰੀ ਕੀਤਾ ਹੈ। ਬੇਟੀ ਦੀ ਹੱਤਿਆ ਦੇ ਮਾਮਲੇ ਵਿੱਚ ਜੇਲ੍ਹ ਕੱਟ ਰਹੀ ਇੰਦਰਾਣੀ ਨੇ ਕਿਹਾ ਹੈ ਕਿ ਉਸ ਦੀ ਬੇਟੀ ਜਿੰਦਾ ਹੈ ਤੇ ਉਸ ਨੂੰ ਜੰਮੂ ਕਸ਼ਮੀਰ ਵਿੱਚੋਂ ਲੱਭਿਆ ਜਾ ਸਕਦਾ ਹੈ। ਨਾਈਜੀਰੀਆ ਵਿੱਚ ਲਾਸਾ ਬੁਖਾਰ ਨਾਲ 80 ਲੋਕਾਂ ਦੀ ਮੌਤ ਹੋ ਗਈ। ਪੰਜਾਬ ਦੇ ਸਿੱਖਿਆ ਮੰਤਰੀ ਪ੍ਰਗਟ ਸਿੰਘ ਨੇ ਕਿਹਾ ਹੈ ਕਿ ਸੜਕਾਂ ਤੇ ਪੁਲਾਂ ਦੇ ਨਿਰਮਾਣ ਨਾਲੋਂ ਸਿੱਖਿਆ ਜ਼ਿਆਦਾ ਜ਼ਰੂਰੀ ਹੈ। ਉਹਨਾਂ ਨੇ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ 12,000 ਨਵੇਂ ਅਧਿਆਪਕਾਂ ਦੀ ਭਰਤੀ ਕੀਤੀ ਜਾਵੇਗੀ। ਦਿੱਲੀ ਦੇ ਮੁੱਖ ਮੰਤਰੀ ਕੇਜਰੀਵਾਲ ਨੇ ਕਿਹਾ ਹੈ ਕਿ 25 ਸਾਲ ਕਾਂਗਰਸ ਤੇ 20 ਸਾਲ ਅਕਾਲੀ ਭਾਜਪਾ ਨੂੰ ਅਜਮਾਇਆ ਹੈ, ਹੁਣ ਇੱਕ ਮੌਕਾ ਆਮ ਆਦਮੀ ਪਾਰਟੀ ਨੂੰ ਦਿੱਤਾ ਜਾਣਾ ਚਾਹੀਦਾ ਹੈ। ਉਹਨਾਂ ਨੇ ਕਿਹਾ ਕਿ ਚੰਨੀ ਸਰਕਾਰ ਨੇ ਪ੍ਰਸ਼ਾਸਨ ਦਾ ਮਜ਼ਾਕ ਬਣਾ ਕੇ ਰੱਖ ਦਿੱਤਾ ਹੈ। ਚੰਨੀ ਜਾਖੜ ਸਿੱਧੂ ਦੀ ਸਮੂਹਕ ਅਗਵਾਈ ਵਿੱਚ ਕਾਂਗਰਸ ਪਾਰਟੀ ਆਉਣ ਵਾਲੀਆਂ ਚੋਣਾਂ ਨੂੰ ਲੜਿਆ ਜਾਵੇਗਾ ਤੇ ਜਾਖੜ ਦੀਆਂ ਤਸਵੀਰਾਂ ਵੀ ਦੋਵਾਂ ਨੇਤਾਵਾਂ ਦੇ ਨਾਲ ਹੋਰਡਿੰਗ ਉੱਤੇ ਲੱਗਣੀਆਂ ਸ਼ੁਰੂ ਹੋ ਗਈਆਂ ਹਨ। ਪੰਜਾਬ ਕਾਂਗਰਸ ਚੋਣ ਕਮੇਟੀ ਦੀ ਬੈਠਕ ਵਿੱਚ ਮਤਭੇਦ ਖੁੱਲ੍ਹ ਕੇ ਸਾਹਮਣੇ ਆਏ ਹਨ। ਨੇਤਾਵਾਂ ਨੇ ਕਿਹਾ ਹੈ ਕਿ ਇੱਕ ਦੂਜੇ ਦੀ ਲੱਤ ਖਿੱਚਾਂਗੇ ਤਾਂ ਚੋਣ ਨਹੀਂ ਜਿੱਤ ਸਕਾਂਗੇ। ਪੰਜਾਬ ਸਕੂਲ ਸਿੱਖਿਆ ਬੋਰਡ ਨੇ ਕਿਹਾ ਹੈ ਕਿ ਹੁਣ ਸਵੇਰੇ 9 ਦੀ ਬਜਾਏ 10 ਵਜੇ 5ਵੀਂ ਤੇ 8ਵੀਂ ਕਲਾਸ ਦੀਆਂ ਪ੍ਰੀਖਿਆ ਲਈਆਂ ਜਾਣਗੀਆਂ। ਸੀਤ ਲਹਿਰ ਦੇ ਕਾਰਨ ਅਜਿਹਾ ਫੈਸਲਾ ਲਿਆ ਗਿਆ ਹੈ। ਫਰਨੈਸ ਮਾਲਕਾਂ ਦੇ ਬਾਬਤ ਨੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨਾਲ ਮੁਲਾਕਾਤ ਕੀਤੀ। ਉਹਨਾਂ ਨੇ ਕਿਹਾ ਹੈ ਕਿ ਲੋਹਾ ਨਗਰੀ ਵਿੱਚ ਸਕ੍ਰੈਪ ਦੇ ਹਰ ਘੰਟੇ ਵਿੱਚ ਭਾਅ ਵਿੱਚ ਤਬਦੀਲੀ ਹੋ ਰਹੀ ਹੈ ਤੇ ਇਸ ਨੂੰ ਰੋਕਿਆ ਜਾਣਾ ਚਾਹੀਦਾ ਹੈ। ਪੰਜਾਬ ਦੇ BPPS ਅਧਿਕਾਰੀਆਂ ਦਾ ਤਬਾਦਲਾ ਕੀਤਾ ਗਿਆ ਹੈ। ਭਾਰਤੀ ਚੋਣ ਕਮਿਸ਼ਨ ਨੇ ਕਿਹਾ ਹੈ ਕਿ ਆਗਾਮੀ ਚੋਣਾਂ ਨੂੰ ਸੁਤੰਤਰ, ਨਿਰਪੱਖ ਤੇ ਲਾਲਚ ਮੁਕਤ ਕਰਵਾਇਆ ਜਾਵੇਗਾ। ਉਪ ਮੁੱਖ ਮੰਤਰੀ ਸੁਖਬਿੰਦਰ ਸਿੰਘ ਰੰਧਾਵਾ ਦੇ ਭਰਾ ਇੰਦਰਜੀਤ ਸਿੰਘ ਰੰਧਾਵਾ ਨੇ ਅਕਾਲੀ ਪਾਰਟੀ ਨੂੰ ਅਲਵਿਦਾ ਕਹਿ ਦਿੱਤਾ ਹੈ। ਉਹਨਾਂ ਨੇ ਚੰਨੀ ਦੇ ਅਧੀਨ ਕਾਂਗਰਸ ਪਾਰਟੀ ਵਿੱਚ ਸ਼ਾਮਲ ਹੋ ਗਏ ਹਨ। ਫਿਰੋਜ਼ਾਬਾਦ ਵਿਖੇ ਸਰਕਾਰ ਵੱਲੋਂ ਸਮੂਹਕ ਵਿਆਹ ਕਰਵਾਇਆ ਗਿਆ। ਇਸ ਮੌਕੇ ਤੇ ਇੱਕ ਭੈਣ ਭਰਾ ਵੀ ਪਤੀ ਪਤਨੀ ਬਣ ਗਏ। ਉਹਨਾਂ ਨੇ ਇਹ ਕੰਮ ਸਮਾਨ ਅਤੇ ਪੈਸੇ ਦੇ ਲਾਲਚ ਲਈ ਕੀਤਾ ਗਿਆ। ਜਦੋਂ ਵੀਡੀਓ ਦੇਖੀ ਗਈ ਤੇ ਪਿੰਡ ਦੇ ਲੋਕਾਂ ਨੇ ਉਹਨਾਂ ਨੂੰ ਪਹਿਚਾਣ ਲਿਆ। ਭਾਰਤ ਦੇਸ਼ ਅੰਦਰ ਓਮਿਕਰੋਨ 9 ਸੂਬਿਆਂ ਤੇ 2 ਕੇਂਦਰ ਸ਼ਾਸਿਤ ਪ੍ਰਦੇਸ਼ਾਂ ਤੱਕ ਪਹੁੰਚ ਚੁੱਕਿਆ ਹੈ। ਕੱਲ੍ਹ 10 ਨਵੇਂ ਮਾਮਲੇ ਸਾਹਮਣੇ ਆਏ ਹਨ। ਮੁੰਬਈ ਵਿੱਚ ਰਾਤ ਵੇਲੇ ਵੀ ਟੀਕਾਕਰਨ ਕੀਤਾ ਜਾਵੇਗਾ। ਗ੍ਰਹਿ ਮੰਤਰਾਲੇ ਨੇ ਨਵੇਂ ਅਲਰਟ ਜਾਰੀ ਕੀਤੇ ਹਨ। ਨਿੱਜੀਕਰਨ ਦੇ ਖਿਲਾਫ 7 ਲੱਖ ਬੈਂਕ ਕਰਮਚਾਰੀ ਵੀਰਵਾਰ ਅਤੇ ਸ਼ੁੱਕਰਵਾਰ 2 ਦਿਨਾਂ ਦੀ ਹੜਤਾਲ ਤੇ ਚਲੇ ਗਏ ਹਨ। ਪੂਰੇ ਦੇਸ਼ ਵਿੱਚ ਸੇਵਾਵਾਂ ਪ੍ਰਭਾਵਿਤ ਹੋਈਆਂ ਹਨ। ਇਸ ਹੜਤਾਲ ਵਿੱਚ ਪੰਜਾਬ ਨੈਸ਼ਨਲ ਬੈਂਕ, ਬੈਂਕ ਆਫ ਇੰਡੀਆ ਤੇ ਸਟੇਟ ਬੈਂਕ ਆਫ ਇੰਡੀਆ ਦੇ ਕਰਮਚਾਰੀਆਂ ਨੇ ਭਾਗ ਲਿਆ। 18,600 ਕਰੋੜ ਰੁਪਏ ਦੇ 20,04,000 ਚੈੱਕਾਂ ਦਾ ਭੁਗਤਾਨ ਨਹੀਂ ਹੋ ਸਕਿਆ। ਲੁਧਿਆਣਾ ਵਿਖੇ ਚਰਨਜੀਤ ਸਿੰਘ ਚੰਨੀ ਨੇ ਕਿਹਾ ਹੈ ਕਿ ਸਾਰਿਆਂ ਦੇ ਕੋਲ ਆਪਣਾ ਘਰ ਹੋਵੇਗਾ। ਮੁੱਖ ਮੰਤਰੀ ਨੇ ਰੱਖਿਆ ਅਟਲ ਅਪਾਰਟਮੈਂਟ ਦਾ ਨੀਂਹ ਪੱਥਰ ਰੱਖਿਆ। ਹਨੂਮਾਨਗੜ੍ਹ ਵਿਖੇ ਨਾਬਾਲਗ ਬੇਟੇ ਨੇ ਆਪਣੇ ਮਾਂ-ਪਿਓ ਦੀ ਹੱਤਿਆ ਕਰ ਦਿੱਤੀ ਤੇ ਆਪਣੇ ਭਰਾ ਦਾ ਸਿਰ ਵਿੱਚ ਕੁਹਾੜਾ ਮਾਰ ਕੇ ਉਸ ਨੂੰ ਵੀ ਜ਼ਖਮੀ ਕਰ ਦਿੱਤਾ। ਉਹਨਾਂ ਦੇ ਮਾਂ-ਬਾਪ ਨਸ਼ਾ ਮੁਕਤੀ ਕੇਂਦਰ ਤੇ ਉਸ ਨੂੰ ਦੁਬਾਰਾ ਭੇਜਣਾ ਚਾਹੁੰਦੇ ਸਨ। ਚਾਚਾ ਸ਼ਿਵਪਾਲ ਨੂੰ ਸਮਾਜਵਾਦੀ ਪਾਰਟੀ ਦੇ ਪ੍ਰਧਾਨ ਅਖਿਲੇਸ਼ ਯਾਦਵ ਦੇ ਵਿਚਕਾਰ ਮੁਲਾਕਾਤ ਹੋਈ ਤੇ ਆਉਣ ਵਾਲੀਆਂ ਵਿਧਾਨ ਸਭਾ ਵਿਚਕਾਰ ਦੋਨਾਂ ਪਾਰਟੀਆਂ ਵਿਚਕਾਰ ਗੱਠਜੋੜ ਹੋ ਸਕਦਾ ਹੈ। ਕੁਲਗਾਮ ਵਿੱਚ ਲਸ਼ਕਰ-ਏ-ਤੈਅਬਾ ਆਮਿਰ ਤੇ ਆਦਲ ਨੂੰ ਸੁਰੱਖਿਆ ਮੁਕਾਬਲਿਆਂ ਵਿੱਚ ਮਾਰ ਮੁਕਾਇਆ ਹੈ ਤੇ ਉਹ ਮੁਕਾਬਲੇ ਵਾਲੀ ਥਾਂ ਤੋਂ ਹਥਿਆਰ ਤੇ ਗੋਲਾ ਬਾਰੂਦ ਬਰਾਮਦ ਹੋਏ ਹਨ। ਲੰਡਨ ਵਿਖੇ ਡੇਵਿਡ ਬੂਲਰ ਨਾਂ ਦੇ ਇੱਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਹੈ। ਉਸਨੇ 100 ਤੋਂ ਵੱਧ ਲਾਸ਼ਾਂ ਨਾਲ ਰੇਪ ਕੀਤਾ ਤੇ 2 ਕਤਲ ਵੀ ਕੀਤੇ ਹਨ। 1987 ਵਿੱਚ ਉਸਨੇ 2 ਔਰਤਾਂ ਨੂੰ ਕਤਲ ਕਰਨ ਤੋਂ ਬਾਅਦ ਉਹਨਾਂ ਨਾਲ ਰੇਪ ਕੀਤਾ ਹੈ। ਮੈਟਰੋਮੈਨ ਸ਼੍ਰੀਧਰਨ ਨੇ ਸਿਆਸਤ ਤੋਂ ਸੰਨਿਆਸ ਲੈ ਲਿਆ ਹੈ। ਕੇਰਲਾ ਵਿਧਾਨ ਸਭਾ ਦੀਆਂ ਚੋਣਾਂ ਵਿੱਚ ਭਾਜਪਾ ਦੇ ਉਮੀਦਵਾਰ ਦੇ ਤੌਰ ਤੇ ਉਹਨਾਂ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਕਾਂਗਰਸ ਪਾਰਟੀ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਕਿਹਾ ਹੈ ਕਿ ਜਦੋਂ ਦਿੱਲੀ ਦੀ ਸਰਕਾਰ ਹਟੇਗੀ ਤਾਂ ਹੀ ਲੋਕਾਂ ਨੂੰ ਰੁਜ਼ਗਾਰ ਉਪਲਬਧ ਹੋਵੇਗਾ। ਉਹਨਾਂ ਨੇ ਦੇਹਰਾਦੂਨ ਵਿਖੇ ਕਾਂਗਰਸ ਦੀ ਵਿਜੇ ਸਨਮਾਨ ਰੈਲੀ ਨੂੰ ਸੰਬੋਧਿਤ ਕੀਤਾ। ਰੇਣੂਕਾ ਬੰਨ ਪ੍ਰੋਜੈਕਟ ਅਤੇ ਲੱਖਪਤ ਬਹੁ ਮੰਤਰੀ ਪ੍ਰੋਜੈਕਟ ਨੂੰ ਕੇਂਦਰ ਸਰਕਾਰ ਨੇ ਹਰੀ ਝੰਡੀ ਦੇ ਦਿੱਤੀ ਹੈ ਤੇ ਦਿੱਲੀ ਅਤੇ 5 ਸੂਬਿਆਂ 'ਚ ਪੀਣ ਵਾਲੇ ਪਾਣੀ ਦੀ ਕਿੱਲਤ ਪੂਰੀ ਹੋ ਜਾਵੇਗੀ। ਹਿਮਾਚਲ ਦਾ ਰੇਣੂਕਾ ਬੰਨ ਅਤੇ ਉੱਤਰਾਖੰਡ ਦਾ ਲੱਖਪਤ ਬਹੁ ਮੰਤਰੀ ਪ੍ਰੋਜੈਕਟ ਕੇਂਦਰ ਸਰਕਾਰ
ਨੇ ਬਹੁਤ ਦੇਰ ਬਾਅਦ ਜਾ ਕੇ ਇਸ ਨੂੰ ਮਾਨਤਾ ਦਿੱਤੀ ਹੈ। 1992 ਤੋਂ ਹੀ ਲੱਖਵਾਰ ਦਾ ਬੰਨ ਪ੍ਰੋਜੈਕਟ ਰੁਕਿਆ ਹੋਇਆ ਸੀ। ਇਹਨਾਂ ਬੰਨ ਪ੍ਰੋਜੈਕਟਾਂ ਤੋਂ 300 ਮੈਗਾਵਾਟ ਬਿਜਲੀ ਦਾ ਉਤਪਾਦਨ ਹੋਵੇਗਾ। ਦੇਹਰਾਦੂਨ ਹੈੱਡਕੁਆਟਰ ਤੋਂ ਲਗਭਗ 72 ਕਿਲੋਮੀਟਰ ਦੂਰ ਲਾਹੌਰੀ ਅਤੇ ਜੁੱਡੋ ਪਿੰਡ ਵਿੱਚ ਜਮਨਾ ਨਦੀ ਤੇ 2400 ਮੀਟਰ ਤੇ ਇਹ ਬੰਨ ਬਣਾਇਆ ਜਾਵੇਗਾ। ਅਮਰੀਕਾ ਦੇ ਅਰਬ ਸਾਗਰ ਦੀ ਅਦਨ ਦੀ ਖਾੜੀ ਵਿੱਚ ਹਾਈ ਐਨਰਜੀ ਲੇਜ਼ਰ ਹਥਿਆਰਾਂ ਦੀ ਪ੍ਰਣਾਲੀ ਦਾ ਅਮਰੀਕਾ ਦੀਆਂ ਫੌਜਾਂ ਵੱਲੋਂ ਟੈਸਟ ਕੀਤਾ ਗਿਆ। ਮਿਆਂਮਾਰ ਨੇ ਮਣੀਪੁਰ ਦੇ 5 ਅੱਤਵਾਦੀਆਂ ਨੂੰ ਭਾਰਤ ਹਵਾਲੇ ਕੀਤਾ ਜਾਵੇਗਾ। ਅਜੇ ਮਿਸ਼ਰਾ ਨੂੰ ਹਟਾਉਣ ਅਤੇ ਵਿਰੋਧੀ ਸੰਸਦ ਮੈਂਬਰਾਂ ਨੂੰ ਬਹਾਲ ਕਰਨ ਸੰਬੰਧੀ ਸੰਸਦ ਵਿੱਚ ਮੁੜ ਹੰਗਾਮਾ ਕੀਤਾ ਗਿਆ। ਵਾਰਾਣਸੀ ਵਿੱਚ ਦੁਨੀਆ ਦਾ ਪਹਿਲਾ ਪਾਣੀ ਤੋਂ ਤੈਰਦਾ ਹੋਇਆ CNG ਪੰਪ ਸਟੇਸ਼ਨ ਲਗਾਇਆ ਗਿਆ। RCF ਕਪੂਰਥਲਾ ਨੇ ਪਹਿਲੀ ਈਥਰਨੈਟ ਆਧਾਰਿਤ AC ਇਲੈਕਟ੍ਰੋਨਿਕ ਟ੍ਰੇਨ ਦਾ ਨਿਰਮਾਣ ਕੀਤਾ ਹੈ। ਦਿੱਲੀ ਸਰਕਾਰ ਨੇ 1 ਜਨਵਰੀ ਤੋਂ 10 ਸਾਲ ਪੁਰਾਣੇ ਡੀਜ਼ਲ ਵਾਹਨ ਅਤੇ 15 ਸਾਲ ਪੈਟਰੋਲ ਵਾਹਨਾਂ ਦੀ ਰਜਿਸਟ੍ਰੇਸ਼ਨ ਰੱਦ ਕਰ ਦਿੱਤੀ ਜਾਵੇਗੀ। ਆਸਟ੍ਰੇਲੀਆ ਵਿੱਚ ਝੂਲੇ ਤੋਂ 4 ਬੱਚਿਆਂ ਦੇ ਡਿੱਗਣ ਨਾਲ ਮੌਤ ਹੋ ਗਈ। ਤੇਜ਼ ਬੁੱਲਿਆਂ ਕਾਰਨ ਉਹ ਝੂਲੇ ਤੋਂ ਡਿੱਗ ਗਏ। ਗੋਆ ਵਿਧਾਨ ਸਭਾ ਚੋਣਾਂ ਵਿੱਚ ਕਾਂਗਰਸ ਨੇ ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ ਕਰ ਦਿੱਤੀ ਹੈ। ਝਾਰਖੰਡ ਵਿਖੇ 2 ਲੱਖ ਦਾ ਇਨਾਮੀ ਨਕਸਲੀ ਸੁਰੱਖਿਆ ਮੁਕਾਬਲੇ ਵਿੱਚ ਮਾਰ ਮੁਕਾਇਆ ਗਿਆ। ਗੁਜਰਾਤ 'ਚ ਕੈਮੀਕਲ ਪਲਾਂਟ ਵਿੱਚ ਧਮਾਕਾ ਹੋ ਗਿਆ ਤੇ 1 ਵਿਅਕਤੀ ਦੀ ਮੌਤ ਹੋ ਗਈ ਤੇ 15 ਹੋਰ ਝੁਲਸ ਗਏ। ਡੋਮਿਨਿਕਨ ਰਿਪਬਲਿਕ 'ਚ ਇੱਕ ਜਹਾਜ਼ ਹਾਦਸਾ ਹੋ ਗਿਆ। ਸੰਗੀਤਕਾਰ ਹਰਨਾਂਡੇਜ਼ ਸਮੇਤ 9 ਲੋਕਾਂ ਦੀ ਮੌਤ ਹੋ ਗਈ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਹੈ ਕਿ ਕਾਂਗਰਸ ਦੀ ਆਪਸੀ ਖਾਨਾਜੰਗੀ ਕਾਰਨ ਹੀ ਇਸ ਸਰਕਾਰ ਦਾ ਭੋਗ ਪੈ ਜਾਵੇਗਾ। ਰਵੀ ਭਗਤ ਪੰਜਾਬ ਦੇ ਮੁੱਖ ਮੰਤਰੀ ਦੇ ਵਿਸ਼ੇਸ਼ ਪ੍ਰਮੁੱਖ ਸਕੱਤਰ ਬਣ ਗਏ ਹਨ। ਵਿਜੀਬਿਲਟੀ ਘਟਣ ਕਾਰਨ ਜੰਮੂ ਤੋਂ ਚੰਡੀਗੜ੍ਹ ਜਾ ਰਹੇ ਹੈਲੀਕਾਪਟਰ ਦਾ ਭੋਗਪੁਰ ਵਿਖੇ ਐਮਰਜੈਂਸੀ ਲੈਂਡਿੰਗ ਕਰਵਾਈ ਗਈ। ਸਰਕਾਰੀ ਬੱਸਾਂ ਬੰਦ ਹੋਣ ਕਾਰਨ ਪ੍ਰੀਖਿਆ ਦੇਣ ਤੋਂ ਰਹਿ ਗਏ ਵਿਦਿਆਰਥੀਆਂ ਨੂੰ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਦੁਬਾਰਾ ਤੋਂ ਮੌਕਾ ਦਿੱਤਾ ਜਾਵੇਗਾ। ਪਿਛਲੇ ਦਿਨੀਂ ਪੰਜਾਬ ਰੋਡਵੇਜ਼ ਅਤੇ PRTC ਦੀਆਂ ਬੱਸਾਂ ਦੇ ਮੁਲਾਜ਼ਮ ਵੱਲੋਂ ਹੜਤਾਲ ਕੀਤੀ ਗਈ ਸੀ ਤੇ ਸੜਕਾਂ ਜਾਮ ਕੀਤੀਆਂ ਗਈਆਂ ਸਨ। 2 ਦਰਜਨ ਤੋਂ ਜ਼ਿਆਦਾ ਟੋਲ ਪਲਾਜ਼ਿਆਂ ਤੇ ਕਿਸਾਨ ਸੰਗਠਨਾਂ ਦਾ ਧਰਨਾ ਜਾਰੀ ਰਹੇਗਾ। ਵਧੇ ਹੋਏ ਰੇਟਾਂ ਦੇ ਖਿਲਾਫ ਅਤੇ 100% ਕਰਜ਼ਾ ਮੁਆਫੀ ਲਈ 20 ਦਸੰਬਰ ਤੋਂ ਕਿਸਾਨ ਰੇਲ ਰੋਕੋ ਅੰਦੋਲਨ ਛੇੜਨਗੇ, ਜਿਸ ਨਾਲ ਪੰਜਾਬ ਦੇ ਉਦਯੋਗਾਂ ਨੂੰ ਨੁਕਸਾਨ ਹੋ ਸਕਦਾ ਹੈ। ਵੋਡਾਫੋਨ ਕੰਪਨੀ ਵੱਲੋਂ 1500 ਕਰੋੜ ਰੁਪਏ ਦੇ ਨਵੇਂ ਨਿਵੇਸ਼ ਨਾਲ ਰਿਲਾਇੰਸ ਜੀਓ ਅਤੇ ਏਅਰਟੈਲ ਨੂੰ ਟੱਕਰ ਦਿੱਤੀ ਜਾਵੇਗੀ। ਕੀਆ ਨੇ ਕਾਰੈਂਸ ਨਾਮ ਦਾ ਨਵਾਂ ਇੰਡੀਆ ਮਾਡਲ ਲਾਂਚ ਕੀਤਾ ਹੈ ਤੇ ਇਹ ਮਾਰਚ 2022 ਵਿੱਚ ਬਾਜ਼ਾਰ ਵਿੱਚ ਉਪਲਬਧ ਹੋਵੇਗਾ। LIC ਨੇ ਆਪਣੇ ਗ੍ਰਾਹਕਾਂ ਨੂੰ ਸੁਚੇਤ ਕੀਤਾ ਹੈ ਕਿ ਉਹ ਲੋਗੋ ਤੋਂ ਪ੍ਰਭਾਵਿਤ ਹੋ ਕੇ ਕਿਸੇ ਗਲਤ ਕੰਪਨੀ ਵਿੱਚ ਨਿਵੇਸ਼ ਨਾ ਕਰ ਲੈਣ। ਵਿੱਤ ਮੰਤਰੀ ਨੇ ਬਜਟ ਤੋਂ ਪਹਿਲਾਂ ਕੀਤੀ ਬੈਠਕ। ਬੁਨਿਆਦੀ ਢਾਂਚੇ, ਜਲਵਾਯੂ ਦਬਾਅ ਤੇ ਪੂੰਜੀ ਬਾਜ਼ਾਰ ਦੇ ਮਾਹਰਾਂ ਦੇ ਸੁਝਾਅ ਲਏ ਗਏ। ਦੇਸ਼ ਅੰਦਰ ਹੁਣ ਤੱਕ 85,65,000 ਗੰਢਾਂ ਦੀ ਕਪਾਹ ਦੀ ਆਮਦ ਹੋ ਚੁੱਕੀ ਹੈ। ਪਤੰਜਲੀ ਖੋਜ ਸੰਸਥਾਨ ਨੇ ਕਰਕੇ ਪ੍ਰਮਾਣਿਤ ਚਮਨਪ੍ਰਾਸ਼ ਦੀ ਸਮਰੱਥਾ ਦਾ ਦਾਅਵਾ ਕੀਤਾ ਹੈ। SBI ਨੇ FD ਤੇ ਵਿਆਜ ਦਰ ਵਧਾ ਦਿੱਤੀ ਹੈ। ਕੱਚੇ ਲੋਹੇ ਦੇ ਉਤਪਾਦਨ ਅਪ੍ਰੈਲ-ਅਕਤੂਬਰ 'ਚੋਂ ਵਧਾ ਕੇ 14.3 ਕਰੋੜ ਟਨ ਤੱਕ ਪਹੁੰਚ ਗਿਆ ਹੈ। ਇੰਗਲੈਂਡ ਅਤੇ ਆਸਟ੍ਰੇਲੀਆ ਵਿਚਕਾਰ ਦੂਸਰਾ ਟੈਸਟ ਮੈਚ ਦੇ ਪਹਿਲੇ ਦਿਨ ਹੀ ਆਸਟ੍ਰੇਲੀਆ ਨੇ ਇੰਗਲੈਂਡ ਦੇ ਵਿਰੁੱਧ 2 ਵਿਕਟਾਂ ਤੇ 221 ਦੌੜਾਂ ਬਣਾ ਲਈਆਂ ਹਨ। ਡੇਵਿਡ ਵਾਰਨਰ 95 ਦੌੜਾਂ ਤੇ ਆਊਟ ਹੋ ਗਿਆ, ਜਦਕਿ ਉਸ ਦਾ ਸਾਥੀ ਲਾਬੂਸ਼ੇਨ ਨੇ 95 ਦੌੜਾਂ ਦੀ ਅਜੇਤੂ ਪਾਰੀ ਖੇਡੀ, ਜਿਸ ਨਾਲ ਆਸਟ੍ਰੇਲੀਆ ਦੀ ਸਥਿਤੀ ਮਜ਼ਬੂਤ ਹੋ ਗਈ ਹੈ। ਏਸ਼ੀਆਈ ਚੈਂਪੀਅਨ ਟਰਾਫੀ ਵਿੱਚ ਅੱਜ ਭਾਰਤ ਦਾ ਮੁਕਾਬਲਾ ਪਾਕਿਸਤਾਨ ਦੀ ਹਾਕੀ ਟੀਮ ਨਾਲ ਹੋਵੇਗਾ। ਇਹ ਮੈਚ 3 ਵਜੇ ਭਾਰਤੀ ਟਾਈਮ ਦੇ ਅਨੁਸਾਰ ਖੇਡਿਆ ਜਾਵੇਗਾ। ਕਈ ਨਿਸ਼ਾਨੇਬਾਜ਼ੀ ਚੈਂਪੀਅਨ ਖਿਤਾਬ ਜਿੱਤਣ ਵਾਲੀ ਰਾਸ਼ਟਰੀ ਨਿਸ਼ਾਨੇਬਾਜ਼ ਕਨਿਕਾ ਲਾਇਕ ਬੁੱਧਵਾਰ ਨੂੰ ਕੋਲਕਾਤਾ ਨੇੜੇ ਬੱਲੀ ਹਾਵੜਾ ਦੇ ਇੱਕ ਗੈਸਟ ਹਾਊਸ ਵਿੱਚ ਮ੍ਰਿਤਕ ਪਾਈ ਗਈ। ਸਭ ਤੋਂ ਵੱਧ ਪ੍ਰਸ਼ੰਸਾਯੋਗ ਵਿਅਕਤੀਆਂ ਦੀ ਸੂਚੀ ਦੇ ਖਿਡਾਰੀਆਂ ਵਿੱਚ ਮੈਸੀ ਤੇ ਰੋਨਾਲਡੋ ਤੋਂ ਬਾਅਦ ਤੇਂਦੁਲਕਰ ਟੌਪ 3 ਵਿੱਚ ਹਨ। ਇਹ ਸਰਵੇ ਇੰਟਰਨੈਟ ਕੰਪਨੀ ਵੱਲੋਂ ਕਰਵਾਇਆ ਗਿਆ ਸੀ। ਸਿੱਧੂ ਤੇ ਸ਼੍ਰੀਕਾਂਤ ਵਿਸ਼ਵ ਬੈਡਮਿੰਟਨ ਚੈਂਪੀਅਨ ਦੇ ਕੁਆਰਟਰ ਫਾਈਨਲ ਵਿੱਚ ਪਹੁੰਚ ਗਏ ਹਨ। ਅਮਰੀਕਾ ਦੇ ਵਿਗਿਆਨੀਆਂ ਨੇ ਅਸਥਮਾ ਦੇ ਮਰੀਜ਼ਾਂ ਵਿੱਚ ਬ੍ਰੇਨ ਟਿਊਮਰ ਦੇ ਰਿਸਕ ਘੱਟ ਹੋਣ ਦਾ ਕਾਰਨ ਲੱਭਿਆ ਹੈ। ਪ੍ਰੋਫੈਸਰ ਗਟਮੈਨ ਮੁਤਾਬਕ ਅਸਥਮਾ ਦਾ ਇੱਕ ਵੱਡਾ ਕਾਰਨ T ਸੈੱਲ ਵਿੱਚ
ਡੈਕੋਰੀਨ ਦੀ ਜ਼ਿਆਦਾ ਮਾਤਰਾ ਵਿੱਚ ਉਤਪਾਦਨ ਹੋਣਾ ਹੈ। ਇਹ ਪ੍ਰੋਟੀਨ ਭਾਵੇਂ ਫੇਫੜਿਆਂ ਲਈ ਨੁਕਸਾਨਦੇਹ ਹੈ, ਪਰੰਤੂ ਇਸ ਨਾਲ ਬ੍ਰੇਨ ਟਿਊਮਰ ਅਤੇ ਕੈਂਸਰ ਤੋਂ ਬਚਾਅ ਹੋ ਸਕਦਾ ਹੈ। ਪੁਤਨ ਦੇ ਸਹਿਯੋਗੀਆਂ ਨੇ ਦਾਅਵਾ ਕੀਤਾ ਹੈ ਕਿ ਭਾਰਤ, ਰੂਸ ਅਤੇ ਚੀਨ ਵਿਚਾਲੇ ਸਿਖਰ ਸੰਮੇਲਨ ਹੋ ਸਕਦਾ ਹੈ। ਕ੍ਰਿਸਮਸ ਪਰੇਡ ਹਾਦਸੇ ਦੇ ਪੀੜਤ ਪਰਿਵਾਰਾਂ ਨੂੰ ਜਿਨ ਬਾਈਡਨ ਵੱਲੋਂ ਮੁਆਵਜ਼ਾ ਦਿੱਤਾ ਜਾਵੇਗਾ। ਇਜ਼ਰਾਈਲ 'ਤੇ ਹਮਲੇ ਦੀ ਤਿਆਰੀ ਕਰ ਰਿਹਾ ਹੈ ਈਰਾਨ। ਇਸ ਸੰਬੰਧੀ ਇੱਕ ਨਕਸ਼ਾ ਜਾਰੀ ਕਰ ਦਿੱਤਾ ਹੈ। ਚੀਨ 'ਚ ਕੋਲੇ ਦੀ ਖਾਨ ਵਿੱਚ ਪਾਣੀ ਭਰ ਗਿਆ ਹੈ, ਜਿਸ ਨਾਲ 22 ਮਜ਼ਦੂਰ ਫਸ ਗਏ ਹਨ। 2021 'ਚ ਫਿਲੀਪਾਈਨ 'ਚ ਪੰਜਾਬੀ ਤੂਫਾਨ ਟਾਈਫੂਨ ਰਾਏ ਦੀ ਦਸਤਕ ਦੇ ਦਿੱਤੀ ਹੈ, ਜਿਸ ਨਾਲ ਹੜ੍ਹਾਂ ਵਰਗੀ ਸਥਿਤੀ ਬਣ ਗਈ ਹੈ। ਬੰਗਲਾਦੇਸ਼ ਦੀ ਵਿਜੇ ਦਿਵਸ ਪਰੇਡ ਵਿੱਚ ਗੈਸਟ ਆਫ ਆਨਰ ਦੇ ਰੂਪ ਵਿੱਚ ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਸ਼ਾਮਲ ਹੋਏ ਹਨ। ਸਾਬਕਾ ਰਾਸ਼ਟਰਪਤੀ ਕੈਨੇਡੀ ਦੀ ਹੱਤਿਆ ਦੀ ਜਾਂਚ ਨਾਲ ਦਸਤਾਵੇਜ਼ ਜਨਤਕ ਕੀਤੇ ਜਾਣਗੇ। ਅਫਗਾਨਿਸਤਾਨ ਵਿੱਚ ਵਿਆਹ ਸਮਾਰੋਹ ਵਿੱਚ ਧਮਾਕਾ ਹੋ ਗਿਆ, ਜਿਸ ਨਾਲ 2 ਲੋਕਾਂ ਦੀ ਮੌਤ ਹੋ ਗਈ। ਹੁਸ਼ਿਆਰਪੁਰ ਜ਼ਿਲ੍ਹੇ ਦੇ 350 ਬੈਂਕਾਂ ਦੇ 4000 ਅਧਿਕਾਰੀਆਂ ਤੇ ਕਰਮਚਾਰੀ ਹੜਤਾਲ 'ਤੇ ਚਲੇ ਗਏ। ਬੈਂਕ ਯੂਨੀਅਨ 2 ਦਿਨਾਂ ਦੀ ਹੜਤਾਲ ਜਾਰੀ ਰਹਿਣਗੀਆਂ, ਜਿਸ ਨਾਲ ਗ੍ਰਾਹਕਾਂ ਨੂੰ ਮੁਸੀਬਤਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਹੁਸ਼ਿਆਰਪੁਰ ਵਿਖੇ ਹੜਤਾਲੀ ਨਰਸਾਂ ਨੇ ਮਹਾਰਾਣਾ ਪ੍ਰਤਾਪ ਚੌਂਕ 'ਤੇ ਚੱਕਾ ਜਾਮ ਕੀਤਾ ਤੇ ਕਾਲੇ ਝੰਡੇ ਲੈ ਕੇ ਸਰਕਾਰ ਦੇ ਖਿਲਾਫ ਰੋਸ ਮਾਰਚ ਕੀਤਾ। ਪਿੰਡ ਚਿੱਤੋਵਾਲ ਨਜ਼ਦੀਕ ਤੇਂਦੂਆ ਨਵਾਂ ਜਾਨਵਰ ਦੇ ਆਉਣ ਨਾਲ ਲੋਕਾਂ ਅੰਦਰ ਦਹਿਸ਼ਤ ਫੈਲ ਗਈ ਹੈ। ਚੋਣ ਪ੍ਰਸ਼ਾਸਨ ਨੇ ਕਿਹਾ ਹੈ ਕਿ ਚੋਣਾਂ ਦੌਰਾਨ ਸ਼ਰਾਬ ਦੀ ਸਮਗਲਿੰਗ ਰੋਕਣ ਲਈ ਸਪੈਸ਼ਲ ਟੀਮਾਂ ਗਠਿਤ ਕੀਤੀਆਂ ਜਾਣਗੀਆਂ। ਜ਼ਿਲ੍ਹੇ ਅੰਦਰ ਕਰੋਨਾ ਸੰਬੰਧੀ ਪਾਬੰਦੀਆਂ ਨੂੰ 31 ਤੱਕ ਵਧਾਇਆ ਗਿਆ ਹੈ। ਹੁਸ਼ਿਆਰਪੁਰ ਜ਼ਿਲ੍ਹੇ ਵਿੱਚ ਕੋਵਿਡ-19 ਦੇ 2 ਨਵੇਂ ਮਾਮਲੇ ਸਾਹਮਣੇ ਆਏ ਹਨ ਤੇ ਐਕਟਿਵ ਕੇਸਾਂ ਦੀ ਗਿਣਤੀ 39 ਤੱਕ ਪਹੁੰਚ ਗਈ ਹੈ। ਕਾਂਗਰਸੀ ਨੇਤਾ ਸ਼ਾਮ ਸੁੰਦਰ ਅਰੋੜਾ ਨੇ ਕਿਹਾ ਹੈ ਕਿ ਵੀਰ ਸੈਨਿਕਾਂ ਦੀ ਸ਼ਹਾਦਤ ਕਾਰਨ ਹੀ ਅਸੀਂ ਅੱਜ ਖੁੱਲ੍ਹੀ ਹਵਾ 'ਚ ਸਾਹ ਲੈ ਰਹੇ ਹਾਂ। ਵਿਜੇ ਦਿਵਸ ਦੀ ਪੰਜਾਬੀ ਵਰ੍ਹੇਗੰਢ ਤੇ ਸ਼ਹੀਦਾਂ ਨੂੰ ਸਮਰਪਿਤ ਸ਼ਰਧਾ ਫੁੱਲ ਭੇਂਟ ਕੀਤੇ ਗਏ। ਦਸੂਹਾ ਪੁਲਿਸ ਨੇ ਬਲਨੂਰ ਨਾਮ ਦੇ ਬੱਚੇ ਨੂੰ ਉਸਦੇ ਪਿਤਾ ਦੇ ਹਵਾਲੇ ਕਰ ਦਿੱਤਾ ਹੈ। ਬਲਨੂਰ ਨੂੰ ਉਸਦੀ ਮਾਂ ਹਰਪ੍ਰੀਤ ਕੌਰ ਨੇ ਹੀ ਅਗਵਾ ਕੀਤਾ ਸੀ। ਡਾਕਟਰ ਰਾਜਕੁਮਾਰ ਨੇ 1 ਕਰੋੜ ਦੀ ਲਾਗਤ ਨਾਲ ਬਣਨ ਵਾਲੀ ਬਾੜੀਆਂ ਕਲਾਂ ਤੋਂ ਭਗੌੜਾ ਸੜਕ ਦਾ ਨੀਂਹ ਪੱਥਰ ਰੱਖਿਆ। ਆਪ ਆਗੂ ਬਲਵਿੰਦਰ ਸਿੰਘ ਬਿੱਟੂ ਦੀ ਅਗਵਾਈ ਵਿੱਚ ਲੋਕਾਂ ਨੇ ਪੰਜਾਬ ਸਰਕਾਰ ਦੇ ਖਿਲਾਫ ਰੋਸ ਮਾਰਚ ਕੀਤਾ। ਕੋਟਪੁਰ ਵਿਖੇ 4 ਸਾਹਿਬਜ਼ਾਦਿਆਂ ਨੂੰ ਸਮਰਪਿਤ ਫੁੱਟਬਾਲ ਟੂਰਨਾਮੈਂਟ ਸੰਬੰਧੀ ਪੋਸਟਰ ਜਾਰੀ ਕੀਤਾ। ਅਕਾਲੀ ਆਗੂ ਲਖਵਿੰਦਰ ਲੱਖੀ ਨੇ ਦੱਸਿਆ ਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅੱਜ ਟਾਂਡਾ ਵਿਖੇ ਰੈਲੀ ਨੂੰ ਸੰਬੋਧਿਤ ਕਰਨਗੇ। ਹੁਣ ਖਬਰਾਂ ਸਮਾਪਤ ਹੋਈਆਂ। ਧੰਨਵਾਦ, ਸ਼ੁਕਰੀਆ।